ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭਲੇ ਚੰਗੇ ਹੋਵੋਗੇ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਡੇ ਉੱਤੇ ਕਿਰਪਾ ਕੀਤੀ ਅਤੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋ ਸਕਦੇ ਹਾਂ। ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ। ਤੁਹਾਡਾ ਪਰਮੇਸ਼ਰ ਦੇ ਵਚਨ ਨੂੰ ਸਿੱਖਣ ਦੇ ਲਈ ਸਮਾਂ ਕੱਢਣਾ ਇਹ ਦਰਸਾਉਂਦਾ ਹੈ ਕਿ ਤੁਸੀਂ ਪਰਮੇਸ਼ਰ ਨੂੰ ਪਿਆਰ ਕਰਦੇ ਹੋ ਅਤੇ ਉਸ ਦੇ ਵਚਨ ਵਿੱਚ ਵਧਣਾ ਚਾਹੁੰਦੇ ਹੋ। ਦੋਸਤੋ, ਤੁਹਾਡੇ ਇਸ ਸਮਰਪਣ ਭਰੇ ਭਾਵ ਦੇ ਲਈ ਅਸੀਂ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਪਿਛਲੇ ਕੁਝ ਦਿਨਾਂ ਤੋਂ ਬੱਚਿਆਂ ਦੇ ਪਾਲਣ ਪੋਸ਼ਣ ਦੇ ਉੱਤੇ ਇੱਕ ਲੜੀਵਾਰ ਅਧਿਐਨ ਕਰਦੇ ਆ ਰਹੇ ਹਾਂ। ਹੁਣ ਤੱਕ ਅਸੀਂ ਅਲੱਗ-ਅਲੱਗ ਤਰੀਕਿਆਂ ਨਾਲ ਕਾਫੀ ਕੁਝ ਸਿੱਖ ਲਿਆ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਸਿੱਖ ਰਹੇ ਸੀ ਕਿ ਅਸੀਂ ਆਪਣੇ ਘਰ ਦੇ ਵਿੱਚ ਕਿਵੇਂ ਪ੍ਰਭਾਵਸ਼ਾਲੀ ਹੋ ਸਕਦੇ ਹਾਂ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਇਸੇ ਅਧਿਐਨ ਨੂੰ ਜਾਰੀ ਰੱਖਾਂਗੇ। ਤਾਂ ਫਿਰ ਦੋਸਤੋ, ਆਓ ਛੇਤੀ ਨਾਲ ਆਪਣੇ ਇਸ ਅਧਿਐਨ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰਨ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। पहाड़ा मदद लई मैं किस नू पुकारा, अखियां चुकना मैं वल पहाड़ा मदद लई मैं किस नू पुकारा। मेरी मदद नू रब आपी आया, मेरी मदद नू रब आपी आया, जिने धरती आकाश बनाया, तेरे पैरां नू देवे खुलारा, मदद पहाड़ा मदद लई मैं किस नू पुकारा। उताड़ा मदद लई मैं किस नू पुकारा, अखियां चुकना मैं वल पहाड़ा मदद लई मैं किस नू पुकारा।
ਸਤਾਵੇ। ਦਿਨੇ ਸੂਰਜ ਨਾ ਤੈਨੂੰ ਸਤਾਵੇ, ਰਾਤੀ ਚੰਨ ਵੀ ਨਾ ਤੁਝ ਦੁੱਖ ਪਹੁੰਚਾਵੇ। ਖੌਫ ਖਾਵੇਂਗਾ ਨਾ ਵਿੱਚ ਉਜਾੜਾ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਅੱਖੀਆਂ ਮੇਰੇ ਦੋਸਤੋ, ਪਰਮੇਸ਼ਰ ਅੱਜ ਵੀ ਉਸੇ ਤਰ੍ਹਾਂ ਹੀ ਕੰਮ ਕਰ ਰਿਹਾ ਹੈ। ਉਹ ਮਨੁੱਖ ਅਤੇ ਤੀਵੀਆਂ ਦੇ ਦਿਲ ਵਿੱਚ ਆਪਣੇ ਪੁੱਤਰ ਨੂੰ ਰੱਖਣਾ ਚਾਹੁੰਦਾ ਹੈ। ਪਿਤਾ ਦੇ ਦਿਲ ਵਿੱਚ ਅਤੇ ਮਾਂ ਦੇ ਦਿਲ ਵਿੱਚ ਉਹ ਆਪਣੇ ਪੁੱਤਰ ਨੂੰ ਸਾਡੇ ਦਿਲ ਵਿੱਚ ਰੱਖਣਾ ਚਾਹੁੰਦਾ ਹੈ। ਉਹ ਆਪਣੇ ਆਪ ਨੂੰ ਉਹਨਾਂ ਵਿੱਚ ਪ੍ਰਗਟ ਕਰਨਾ ਚਾਹੁੰਦਾ ਹੈ ਤਾਂ ਕਿ ਉਹਨਾਂ ਦੇ ਬੱਚੇ ਚੱਲਦੇ ਫਿਰਦੇ ਹੋਏ ਅਤੇ ਗੱਲਬਾਤ ਕਰਦੇ ਹੋਏ ਵੇਖ ਸਕਣ ਕਿ ਮਸੀਹ ਕੌਣ ਹੈ ਅਤੇ ਆਪਣੇ ਜੀਵਨ ਵਿੱਚ ਉਸ ਨੂੰ ਪ੍ਰਗਟ ਕਰ ਸਕਣ। ਇਸ ਤੋਂ ਵੱਧ ਸਿੱਖਿਆ ਦੇਣ ਦਾ ਕੋਈ ਤਰੀਕਾ ਨਹੀਂ ਸਿਵਾਏ ਇਸ ਦੇ ਕਿ ਪ੍ਰਭੂ ਯਿਸੂ ਸਾਡੇ ਜੀਵਨ ਤੋਂ ਪ੍ਰਗਟ ਹੋਵੇ। ਤੁਸੀਂ ਇਸ ਤਰ੍ਹਾਂ ਆਖ ਸਕਦੇ ਹੋ, ਪਾਸਟਰ ਮੈਂ ਤੁਹਾਨੂੰ ਦੱਸਦਾ ਹਾਂ, ਮੈਂ ਸੋਚਦਾ ਹਾਂ ਮੈਂ ਇਸ ਤਰ੍ਹਾਂ ਦਾ ਨਮੂਨਾ ਪੇਸ਼ ਨਹੀਂ ਕਰ ਸਕਦਾ। ਤੁਹਾਨੂੰ ਇਸ ਦੀ ਇੱਛਾ ਹੀ ਨਹੀਂ ਹੈ। ਤੁਸੀਂ ਉਹ ਹੋ ਜੋ ਕਹਿਣਾ ਚਾਹੁੰਦੇ ਹੋ। ਮੈਂ ਇਸ ਤਰ੍ਹਾਂ ਦਾ ਗਵਾਹ ਨਹੀਂ ਹੋ ਸਕਦਾ। ਤੁਸੀਂ ਇੱਕ ਅੱਛੇ ਜਾਂ ਬੁਰੇ ਹੋ ਸਕਦੇ ਹੋ। ਤੁਸੀਂ ਇਸ ਗੱਲ ਦਾ ਇਨਕਾਰ ਨਹੀਂ ਕਰ ਸਕਦੇ। ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਤੁਹਾਡੀ ਜਗ੍ਹਾ ਕੋਈ ਹੋਰ ਇਸ ਨੂੰ ਕਰ ਦੇਵੇ। ਤੁਸੀਂ ਇਸ ਤਰ੍ਹਾਂ ਸਿਰਫ ਇਸ ਲਈ ਕਰਦੇ ਹੋ ਕਿ ਆਪਣੀ ਜ਼ਿੰਮੇਵਾਰੀ ਦਾ ਇਨਕਾਰ ਕਰ ਦਈਏ। ਪਰ ਤੁਸੀਂ ਆਪਣੇ ਬੱਚਿਆਂ ਲਈ ਇੱਕ ਨਮੂਨਾ ਪੇਸ਼ ਕਰ ਰਹੇ ਹੋ। ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਣ ਦੀ ਜ਼ਰੂਰਤ ਸਮਝਦਾ ਹਾਂ ਜੋ ਮੇਰੇ ਦਿਲ ਵਿੱਚ ਹੈ। ਇਸ ਤੋਂ ਵੱਡੀ ਕੋਈ ਸੱਚਾਈ ਨਹੀਂ ਜੋ ਮੈਂ ਤੁਹਾਡੇ ਨਾਲ ਵੰਡਣਾ ਚਾਹੁੰਦਾ ਹਾਂ ਕਿ ਬੱਚਿਆਂ ਸਾਹਮਣੇ ਆਪਣੇ ਸਹੀ ਵਿਸ਼ਵਾਸ ਦਾ ਨਮੂਨਾ ਪੇਸ਼ ਕਰੋ। ਇੱਕ ਮਸ਼ਹੂਰ ਗਾਇਕ ਮਾਈਕਲ ਸਮਿਥ ਨੇ ਕਿਹਾ ਕਿ ਉਹ ਆਸ਼ਾ ਕਰਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਉਸ ਤਰ੍ਹਾਂ ਹੀ ਵਿਹਾਰ ਕਰੇਗਾ ਜਿਸ ਤਰ੍ਹਾਂ ਉਸਦੇ ਪਿਤਾ ਨੇ ਉਸ ਨਾਲ ਕੀਤਾ। ਉਸਨੇ ਆਖਿਆ, ਮੈਂ ਹਮੇਸ਼ਾ ਹੀ ਆਪਣੇ ਪਿਤਾ ਨੂੰ ਵਚਨ ਪੜ੍ਹਦਿਆਂ ਹੋਇਆ ਵੇਖਿਆ। ਜਿਸ ਤਰ੍ਹਾਂ ਹੀ ਚਰਚ ਦਾ ਬੂਹਾ ਖੁੱਲ੍ਹਦਾ ਸੀ ਉਹ ਉੱਥੇ ਹੁੰਦੇ ਸਨ। ਮੇਰੇ ਪਿਤਾ ਨੇ ਕਦੇ ਵੀ ਮੇਰੇ ਨਾਲ ਪਰਮੇਸ਼ਰ ਦੇ ਬਾਰੇ ਜ਼ਿਆਦਾ ਗੱਲਬਾਤ ਨਹੀਂ ਕੀਤੀ, ਐਨੀ ਵੀ ਨਹੀਂ ਜਿੰਨੀ ਮੈਂ ਆਪਣੇ ਬੱਚਿਆਂ ਨਾਲ ਕਰਦਾ ਹਾਂ। ਪਰ ਉਹ ਜੋ ਕੁਝ ਵੀ ਕਰਦਾ ਸੀ ਉਸ ਨੂੰ ਦਿਲ ਨਾਲ ਕਰਦਾ ਸੀ ਅਤੇ ਮੇਰੇ ਮਨ ਵਿੱਚ ਉਹਨਾਂ ਦੇ ਵਿਸ਼ਵਾਸ ਪ੍ਰਤੀ ਕੋਈ ਗਲਤਫਹਿਮੀ ਨਹੀਂ ਆਈ ਕਿਉਂਕਿ ਉਹਨਾਂ ਦੇ ਕੰਮ ਪ੍ਰਗਟ ਕਰਦੇ ਸੀ ਕਿ ਉਹ ਕੀ ਵਿਸ਼ਵਾਸ ਕਰਦੇ ਹਨ। ਅਤੇ ਉਹਨਾਂ ਨੇ ਇਹ ਸ਼ਬਦ ਲਿਖੇ ਜੋ ਮੈਂ ਇੱਥੇ ਦੱਸਣ ਜਾ ਰਿਹਾ ਹਾਂ। ਉਸਨੇ ਕਿਹਾ, ਸਭ ਤੋਂ ਮਹੱਤਵਪੂਰਨ ਸਿੱਖਿਆ ਜੋ ਮੈਂ ਆਪਣੇ ਪਿਤਾ ਕੋਲੋਂ ਲਈ ਉਹ ਇਹ ਹੈ, ਮੈਂ ਤੁਹਾਨੂੰ ਪ੍ਰੇਮ ਕਰਦਾ ਹਾਂ ਚਾਹੇ ਬੁਰੇ ਵਕਤ ਹੋਵੇ, ਚਾਹੇ ਤੁਹਾਡੇ ਬੱਚੇ ਵਿਰੋਧ ਕਰ ਰਹੇ ਹੋਣ। ਇਸ ਤਰ੍ਹਾਂ ਹੀ ਕਹਿੰਦੇ ਚਲੇ ਜਾਓ। ਮੇਰੇ ਪਿਤਾ ਹਮੇਸ਼ਾ ਇਸ ਤਰ੍ਹਾਂ ਹੀ ਕਹਿੰਦੇ ਸੀ ਕਿ ਉਹ ਮੈਨੂੰ ਪਿਆਰ ਕਰਦੇ ਹਨ, ਜਦ ਕਿ ਮੈਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਨਹੀਂ ਚੱਲ ਰਿਹਾ ਸੀ, ਪਰਮੇਸ਼ਰ ਦਾ ਦਿਲ ਤੋੜ ਰਿਹਾ ਸੀ। ਇਸ ਕਠੋਰ ਸਮੇਂ ਵਿੱਚ ਵੀ ਉਹਨਾਂ ਨੇ ਮੈਨੂੰ ਆਖਿਆ ਕਿ ਉਹ ਮੈਨੂੰ ਪਿਆਰ ਕਰਦੇ ਹਨ ਅਤੇ ਮੈਂ ਵੀ ਉਹਨਾਂ ਨੂੰ ਆਖਿਆ ਕਿ ਮੈਂ ਵੀ ਤੁਹਾਨੂੰ ਪਿਆਰ ਕਰਦਾ ਹਾਂ। ਸੱਚਮੁੱਚ ਇਹ ਉਹ ਗੱਲ ਹੈ ਜਿਸ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਜਦ ਕਿ ਮੈਂ ਗਲਤ ਰਾਹ ਉੱਤੇ ਸੀ। ਤੁਸੀਂ ਇਸ ਤੋਂ ਛੁਟਕਾਰਾ ਨਹੀਂ ਪਾ ਸਕਦੇ। ਮੈਂ ਤੁਹਾਨੂੰ ਦੱਸ ਰਿਹਾ ਹਾਂ, ਭਾਵੇਂ ਤੁਸੀਂ ਕੁਝ ਵੀ ਕਰੋ, ਜੇ ਤੁਸੀਂ ਬੱਚੇ ਹੋ ਜਾਂ ਐਸੇ ਘਰ ਵਿੱਚ ਪਲ ਰਹੇ ਹੋ ਜਿੱਥੇ ਇਸ ਤਰ੍ਹਾਂ ਦਾ ਪਿਆਰ, ਤੁਸੀਂ ਇਸ ਤੋਂ ਦੂਰ ਨਹੀਂ ਜਾ ਸਕਦੇ। ਜਿਸ ਤਰ੍ਹਾਂ ਇਸ ਪਿਤਾ ਦਾ ਪਿਆਰ ਬੱਚੇ ਲਈ ਪ੍ਰਗਟ ਹੈ, ਉਸੇ ਤਰ੍ਹਾਂ ਹੀ ਸਰਬਸ਼ਕਤੀਮਾਨ ਪਰਮੇਸ਼ਰ ਸਾਨੂੰ ਸਭ ਨੂੰ ਪਿਆਰ ਕਰਦਾ ਹੈ। ਕੋਈ ਸ਼ਰਤ ਨਹੀਂ। ਇੱਕ ਅਦਭੁਤ ਪ੍ਰੇਮ ਜਿਸ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਮਾਈਕਲ ਦੇ ਪਿਤਾ ਆਪਣੇ ਬੱਚੇ ਦੇ ਪ੍ਰਤੀ ਆਪਣੇ ਪ੍ਰੇਮ ਨੂੰ ਪ੍ਰਗਟ ਕਰਨ ਲਈ ਡਰਦੇ ਨਹੀਂ ਸਨ। ਇਹ ਉਦਾਹਰਣ ਇਸ ਲਈ ਦਿੱਤਾ ਗਿਆ ਕਿ ਅੱਜ ਸਾਡੇ ਘਰ ਵਿੱਚ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ। ਤੁਸੀਂ ਆਖ ਸਕਦੇ ਹੋ, ਪਾਸਟਰ ਜਰਮੀਆ, ਮੈਂ ਕੀ ਕਰ ਸਕਦਾ ਹਾਂ? ਮੈਂ ਸੰਸਾਰ ਵਿੱਚ ਕੀ ਕਰ ਸਕਦਾ ਹਾਂ ਜਦ ਮੈਂ ਇਹ ਨਹੀਂ ਕਰ ਸਕਿਆ? ਮੈਂ ਜਾਣਦਾ ਹਾਂ ਇੱਥੇ ਬਹੁਤ ਸਾਰੇ ਲੋਕ ਹਨ ਜੋ ਆਪਣੇ ਜੀਵਨ ਵਿੱਚ ਆਖਰੀ ਸਮੇਂ ਵਿੱਚ ਪ੍ਰਭੂ ਕੋਲ ਆਉਂਦੇ ਹਨ ਅਤੇ ਉਹ ਪੁਰਾਣੀਆਂ ਗੱਲਾਂ ਵੇਖਦੇ ਹੋਏ ਅਹਿਸਾਸ ਕਰਦੇ ਹਨ ਕਿ ਉਹ ਆਪਣੇ ਘਰ ਵਿੱਚ ਇੱਕ ਅੱਛਾ ਨਮੂਨਾ ਨਹੀਂ ਬਣ ਪਾਏ। ਆਓ ਮੈਂ ਤੁਹਾਨੂੰ ਦੱਸਾਂ ਜੋ ਮੈਂ ਜਾਣਦਾ ਹਾਂ। ਪਰਮੇਸ਼ਰ ਤੁਹਾਨੂੰ ਉਸ ਤਰ੍ਹਾਂ ਹੀ ਸਵੀਕਾਰ ਕਰੇਗਾ ਜਿਸ ਤਰ੍ਹਾਂ ਦੇ ਤੁਸੀਂ ਹੋ। ਤੁਹਾਡੇ ਵਿੱਚੋਂ ਕਿੰਨੇ ਕੁ ਲੋਕ ਜਾਣਦੇ ਹਨ ਕਿ ਪਰਮੇਸ਼ਰ ਉਹਨਾਂ ਨੂੰ ਪਿਆਰ ਕਰਦਾ ਹੈ ਅਤੇ ਉਹਨਾਂ ਨਾਲ ਸੰਬੰਧ ਬਣਾਉਣਾ ਚਾਹੁੰਦਾ ਹੈ ਜਿਸ ਸ਼ਬਦ ਨੂੰ ਸ਼ੈਤਾਨ ਕਈ ਸਾਲਾਂ ਤੋਂ ਨਾਸ਼ ਕਰਦਾ ਆ ਰਿਹਾ ਹੈ। ਤੁਹਾਡੇ ਵਿੱਚੋਂ ਕਿੰਨੇ ਲੋਕ ਜਾਣਦੇ ਹਨ ਪਰਮੇਸ਼ਰ ਉਹਨਾਂ ਸਭ ਚੀਜ਼ਾਂ ਨੂੰ ਵੀ ਪ੍ਰੇਮ ਕਰਦਾ ਹੈ ਜਿਨ੍ਹਾਂ ਨੂੰ ਸ਼ੈਤਾਨ ਨੇ ਚੁਰਾ ਲਿਆ ਸੀ। ਪ੍ਰਭਾਵ ਅਤੇ ਸਮੇਂ, ਪਰਮੇਸ਼ਰ ਸਭ ਕੁਝ ਠੀਕ ਕਰਨਾ ਚਾਹੁੰਦਾ ਹੈ ਪਰ ਤੁਹਾਨੂੰ ਉੱਥੇ ਹੀ ਸ਼ੁਰੂ ਹੋਣਾ ਹੈ ਜਿੱਥੇ ਤੁਸੀਂ ਹੋ। ਸ਼ੈਤਾਨ ਇਸ ਤਰ੍ਹਾਂ ਆਖੇਗਾ, ਤੂੰ ਇੰਨਾ ਗੜਬੜ ਕੰਮ ਕਰ ਚੁੱਕਾ ਹੈ ਕਿ ਹੁਣ
ਇੰਜ ਨਹੀਂ ਹੋ ਸਕਦਾ। ਪਰ ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਹੁਣੇ ਹੀ ਸ਼ੁਰੂ ਹੋ ਜਾਓ ਤਾਂ ਕਿ ਆਪਣੇ ਬੱਚਿਆਂ ਲਈ ਇੱਕ ਨਮੂਨਾ ਪੇਸ਼ ਕਰ ਸਕੋ। ਇਸ ਗੱਲ ਦੀ ਪਰਵਾਹ ਨਾ ਕਰੋ ਕਿ ਤੁਸੀਂ ਪਿਛਲੇ ਵਰ੍ਹੇ ਵਿੱਚ ਇਸ ਨੂੰ ਨਹੀਂ ਕਰ ਸਕੇ। ਪਰਮੇਸ਼ਰ ਦੇ ਅੰਦਰ ਅਨੁਗ੍ਰਹਿ ਅਤੇ ਸ਼ਮਾ ਅਤੇ ਦਇਆ ਦੇ ਨਾਲ ਭਰਪੂਰੀ ਦੇ ਨਾਲ ਵਾਸ ਕਰਦੀ ਹੈ ਅਤੇ ਇਹ ਹਮੇਸ਼ਾ ਹੀ ਕੰਮ ਕਰਦੀ ਰਹੇਗੀ। ਅੱਛਾ ਨਮੂਨਾ ਹੀ ਪੇਸ਼ ਕਰਨਾ ਮਾਂ-ਬਾਪ ਦੀ ਮਹਾਨਤਾ ਹੈ ਅਤੇ ਅੱਛੇ ਨਮੂਨਾ ਅੱਛੇ ਹੀ ਫਲ ਲੈ ਕੇ ਆਉਂਦੇ ਹਨ। ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਜਦ ਮੈਂ ਮਾਂ-ਬਾਪ ਦੇ ਬਾਰੇ ਸੋਚਣਾ ਸ਼ੁਰੂ ਕੀਤਾ, ਮੈਂ ਕਿਸੇ ਨੂੰ ਇਸ ਬਾਰੇ ਕਹਿੰਦੇ ਹੋਏ ਸੁਣਿਆ ਜੋ ਅਕਸਰ ਇਸ ਤਰ੍ਹਾਂ ਨਹੀਂ ਕਿਹਾ ਜਾਂਦਾ ਕਿਉਂਕਿ ਸਾਡੇ ਲਈ ਇਹ ਬਹੁਤ ਔਖਾ ਹੈ ਅਤੇ ਅਸੀਂ ਇਸ ਨੂੰ ਚੰਗਾ ਮਹਿਸੂਸ ਨਹੀਂ ਕਰਦੇ। ਅੱਜ ਐਸਾ ਵਾਤਾਵਰਣ ਘਰਾਂ ਵਿੱਚ ਵੇਖਣ ਨੂੰ ਮਿਲਦਾ ਹੈ। ਘਰਾਂ ਵਿੱਚ ਕਈ ਗੜਬੜ ਗੱਲਾਂ ਹਨ, ਪਰ ਉਹ ਕਿੰਨੀ ਖਤਰਨਾਕ ਗੱਲਾਂ ਹੁੰਦੀਆਂ ਹੈ ਜਦ ਮਾਂ-ਬਾਪ ਸਭ ਕੁਝ ਜਾਣਦੇ ਹੋਏ ਦੋਹਰਾ ਜੀਵਨ ਜਿਉਣ ਦਾ ਯਤਨ ਕਰਦੇ ਹਨ। ਕਿਸੇ ਨੇ ਇਹ ਸ਼ਬਦ ਲਿਖੇ ਹਨ, ਉਸ ਨੇ ਆਪਣੇ ਬੱਚੇ ਨੂੰ ਝੂਠ ਬੋਲਣ ਲਈ ਡਾਂਟਿਆ, ਉਸ ਦੀਆਂ ਗੱਲਾਂ ਲਾਲੀ ਨਾਲ ਭਖਣ ਲੱਗ ਪਈਆਂ ਅਤੇ ਸੱਚਮੁੱਚ ਇਸ ਦਾ ਇਨਕਾਰ ਨਹੀਂ ਕੀਤਾ ਜਾ ਸਕਦਾ। ਉਸ ਨੇ ਜੋ ਆਖਿਆ ਉਸ ਵਿੱਚ ਸਚਾਈ ਸੀ। ਇੱਕ ਝੂਠਾ ਵਿਅਕਤੀ ਹਮੇਸ਼ਾ ਇਸ ਗੱਲ ਨਾਲ ਨਫ਼ਰਤ ਕਰਦਾ ਹੈ, ਪਰ ਉਹ ਛੋਟਾ ਬੱਚਾ ਜਾਣਦਾ ਸੀ ਕਿ ਉਸ ਦਾ ਪਿਤਾ ਜੋ ਹਮੇਸ਼ਾ ਕਹਿੰਦਾ ਹੈ, ਉਸ ਦੀਆਂ ਜ਼ਿਆਦਾ ਗੱਲਾਂ ਸੱਚ ਨਹੀਂ ਹੁੰਦੀਆਂ। ਉਸ ਨੇ ਛੋਟੇ ਬੱਚੇ ਨੂੰ ਧੋਖਾ ਕਰਦਿਆਂ ਫੜਿਆ ਅਤੇ ਉਸ ਨੇ ਡਾਂਟ ਕੇ ਬਿਸਤਰ ਤੇ ਭੇਜ ਦਿੱਤਾ। ਇਸ ਗੱਲ ਨੂੰ ਦੁਹਰਾਉਣਾ ਬੇਕਾਰ ਹੈ ਕਿ ਉਸ ਨੇ ਉਸ ਨੂੰ ਕਿੰਨੀਆਂ ਕੌੜੀਆਂ ਗੱਲਾਂ ਆਖੀਆਂ। ਉਸ ਨੇ ਆਪਣੀ ਸ਼ਾਨ ਦੇ ਪ੍ਰਤੀ ਜ਼ੋਰ ਲਗਾ ਕੇ ਬੋਲਿਆ ਤਾਂ ਕਿ ਉਹ ਇਸ ਤੋਂ ਸਿੱਖਿਆ ਲੈ ਸਕੇ ਅਤੇ ਇਹ ਭੁੱਲ ਗਿਆ ਕਿ ਉਹ ਆਪਣੀ ਸ਼ਾਨ ਤੇ ਘਮੰਡ ਕਰ ਰਿਹਾ ਹੈ। ਇਸ ਲਈ ਗਲਤ ਤਰੀਕੇ ਨਾਲ ਉਸ ਨੂੰ ਮੜੋੜਨਾ ਚਾਹਿਆ। ਉਸ ਨੇ ਉਸ ਨੂੰ ਝੂਠੀ ਕਸਮ ਖਾਂਦਿਆਂ ਸੁਣਿਆ ਅਤੇ ਉਸ ਨੇ ਫਿਰ ਉਸ ਨੂੰ ਸਜ਼ਾ ਦਿੱਤੀ। ਹੋਰ ਕਿਸੇ ਬੱਚੇ ਦਾ ਇੰਨਾ ਹੌਸਲਾ ਨਹੀਂ ਹੋ ਸਕਦਾ ਕਿ ਇੰਨੇ ਦੁਨਿਆਵੀ ਭੱਦੇ ਸ਼ਬਦ ਸੁਣੇ। ਜਦ ਬੱਚੇ ਉਸ ਨੂੰ ਆਖ ਸਕਦਾ ਸੀ, ਉਹ ਤਾਂ ਇੱਕ ਛੋਟਾ ਸ਼ਰਾਰਤ ਕਰਨ ਵਾਲਾ ਬੱਚਾ ਸੀ। ਇੰਝ ਜਾਪਦਾ ਹੈ ਕਿ ਇਹ ਫਟਕਾਰ ਉਸ ਨੂੰ ਚੰਗੀ ਨਹੀਂ ਲੱਗੀ। ਉਹ ਤਾਂ ਆਪਣੇ ਆਪ ਨੂੰ ਹਮੇਸ਼ਾ ਸ਼ਰਾਪ ਦਿੰਦਾ ਸੀ। ਉਹਦੀ ਸਾਰੀ ਸਿੱਖਿਆ ਗਲਤ ਸੀ ਕਿਉਂਕਿ ਇਹ ਪ੍ਰਭਾਵਸ਼ਾਲੀ ਨਹੀਂ ਸੀ। ਇਹੀ ਇੱਕ ਅਸਲ ਗੱਲ ਸੀ। ਸਾਡੀਆਂ ਗੱਲਾਂ ਦੁਆਰਾ ਦਿੱਤੀ ਗਈ ਸਿੱਖਿਆ ਵਿਅਰਥ ਚਲੀ ਜਾਂਦੀ ਹੈ ਜੇ ਅਸੀਂ ਸਹੀ ਤਰੀਕੇ ਨਾਲ ਨਹੀਂ ਅਪਣਾਉਂਦੇ। ਜੇ ਅਸੀਂ ਇਹਨਾਂ ਚੀਜ਼ਾਂ ਤੇ ਗੌਰ ਨਹੀਂ ਕਰਦੇ ਤਾਂ ਸਾਡੇ ਸੰਦੇਸ਼ ਬੰਦ ਅਲਮਾਰੀ ਵਿੱਚ ਹੀ ਰਹਿੰਦੇ ਹਨ। ਅਸੀਂ ਬੱਚਿਆਂ ਨੂੰ ਉਹੀ ਕਰਨ ਨੂੰ ਕਹਿ ਸਕਦੇ ਹਾਂ ਜੋ ਅਕਸਰ ਅਸੀਂ ਖੁਦ ਕਰਦੇ ਹਾਂ। ਅਸੀਂ ਆਪਣੇ ਜੀਵਨ ਸਹੀ ਬਣਾ ਸਕਦੇ ਹਾਂ ਜੇ ਅਸੀਂ ਆਪਣੇ ਬੱਚਿਆਂ ਨਾਲ ਸਹੀ ਵਿਹਾਰ ਕਰੀਏ। ਮੈਨੂੰ ਇਹ ਗੱਲਾਂ ਇੱਕ ਪੇਜ ਤੇ ਲਿਖੀਆਂ ਹੋਈਆਂ ਮਿਲੀਆਂ। ਇਸ ਬਾਰੇ ਮੈਨੂੰ ਨਹੀਂ ਪਤਾ ਇਹ ਕਿਹਨੇ ਲਿਖੀਆਂ, ਪਰ ਮੈਂ ਇਸ ਪੇਜ ਨੂੰ ਆਪਣੀ ਬਾਈਬਲ ਤੇ ਚਿਪਕਾ ਦਿੱਤਾ ਕਿ ਮੈਂ ਇਸ ਨੂੰ ਭੁੱਲ ਨਾ ਜਾਵਾਂ ਅਤੇ ਇਹ ਗੱਲਾਂ ਮੈਨੂੰ ਲੰਬੇ ਸਮੇਂ ਤੱਕ ਯਾਦ ਰਹਿਣ। ਇਹ ਗੱਲਾਂ ਦੱਸਦੀਆਂ ਹਨ ਜੋ ਕੁਝ ਵੀ ਮਾਂ-ਬਾਪ ਅੱਛੀਆਂ ਗੱਲਾਂ ਬੱਚਿਆਂ ਨੂੰ ਦਿੰਦੇ ਹਨ ਅਤੇ ਦੂਜੇ ਪਾਸੇ ਉਹਨਾਂ ਦੇ ਸਾਹਮਣੇ ਬੁਰਾ ਉਦਾਹਰਣ ਪੇਸ਼ ਕਰਦੇ ਹਨ ਤਾਂ ਇਸ ਤਰ੍ਹਾਂ ਹੈ। ਇੱਕ ਹੱਥ ਨਾਲ ਉਹਨਾਂ ਨੂੰ ਖਾਣਾ ਖਵਾਉਣਾ, ਦੂਜੇ ਹੱਥ ਨਾਲ ਜ਼ਹਿਰ। ਮੈਂ ਸੋਚਦਾ ਹਾਂ ਬੱਚਾ ਉਹ ਢੀਠ ਸੀ, ਹੋ ਸਕਦਾ ਹੈ ਬਹੁਤ ਕਠੋਰ, ਪਰ ਤੁਸੀਂ ਕੀ ਸਮਝੇ? ਇਹ ਇਸ ਤਰ੍ਹਾਂ ਹੈ ਕਿ ਇੱਕ ਪਾਸੇ ਤਾਂ ਅਸੀਂ ਸ਼ਕਤੀਸ਼ਾਲੀ ਵਿਰੋਧ ਕਰਦੇ ਹਾਂ, ਪਰ ਆਪ ਹੀ ਉਹ ਕੰਮ ਨਹੀਂ ਕਰਦੇ ਜਿਨ੍ਹਾਂ ਨੂੰ ਕਰਨ ਲਈ ਉਹਨਾਂ ਨੂੰ ਆਖਦੇ ਹਾਂ। ਆਪਣੀ ਸੇਵਕਾਈ ਦੇ ਕਈ ਸਾਲਾਂ ਵਿੱਚ ਲਗਭਗ 30 ਸਾਲ ਪਰਮੇਸ਼ਰ ਦੇ ਵਚਨ ਦੀ ਸਿੱਖਿਆ ਦਿੰਦੇ ਹੋਏ ਮੈਂ ਬੇਅੰਤ ਬੱਚਿਆਂ ਨਾਲ ਗੱਲਬਾਤ ਕੀਤੀ। ਮੈਂ ਇਹੋ ਜਿਹਾ ਬਹੁਤ ਬੱਚਿਆਂ ਨੂੰ ਮਿਲਿਆ ਜਿਨ੍ਹਾਂ ਨੇ ਆਪਣੇ ਮਾਂ-ਬਾਪ ਤੇ ਭਰੋਸਾ ਕਰਨਾ ਛੱਡ ਦਿੱਤਾ ਸੀ। ਮੈਂ ਇਹੋ ਜਿਹੀਆਂ ਕਿਤਾਬਾਂ ਵੀ ਪੜ੍ਹੀਆਂ ਜੋ ਦੱਸਦੀਆਂ ਹਨ ਕਿ ਜਵਾਨ ਮਸੀਹ ਬੱਚੇ ਵਿਰੋਧ ਕਿਉਂ ਕਰਦੇ ਹਨ। ਹਰੇਕ ਜਗ੍ਹਾ ਇਸ ਤਰ੍ਹਾਂ ਹੀ ਪੜ੍ਹਨ ਨੂੰ ਮਿਲਿਆ। ਗੱਲਬਾਤ ਦੇ ਦੌਰਾਨ ਇੱਕ ਹੀ ਦ੍ਰਿੜ ਸੱਚਾਈ ਉੱਭਰ ਕੇ ਸਾਹਮਣੇ ਆਈ ਕਿ ਮਾਂ-ਬਾਪ ਸੱਚ ਦਾ ਉਪਦੇਸ਼ ਜ਼ਰੂਰ ਦਿੰਦੇ ਹਨ, ਪਰ ਜੋ ਉਹ ਆਖਦੇ ਹਨ ਉਸ ਦੇ ਅਨੁਸਾਰ ਆਪਣਾ ਜੀਵਨ ਬਤੀਤ ਨਹੀਂ ਕਰਦੇ। ਇੱਕ ਜਵਾਨ ਬੱਚੇ ਨੇ ਤਾਂ ਮੈਨੂੰ ਇਸ ਤਰ੍ਹਾਂ ਆਖਿਆ, ਮੈਂ ਆਪਣੀ ਮਾਂ ਦੇ ਨਾਲ ਚਰਚ ਜਾਇਆ ਕਰਦਾ ਸੀ, ਪਰ ਜਿਸ ਤਰ੍ਹਾਂ ਹੀ ਮੈਂ ਜਵਾਨ ਹੋਇਆ ਅਤੇ ਆਪਣਾ ਫੈਸਲਾ ਆਪ ਲੈਣ ਲੱਗਾ, ਮੈਂ ਚਰਚ ਜਾਣਾ ਛੱਡ ਦਿੱਤਾ। ਜੇ ਤੁਸੀਂ ਉਸ ਨੂੰ ਪੁੱਛੋ ਕਿਉਂ, ਤਾਂ ਉਹ ਇਸ ਤਰ੍ਹਾਂ ਆਖੇਗਾ, ਮੈਂ ਇਸ ਲਈ ਛੱਡ ਦਿੱਤਾ ਕਿਉਂਕਿ ਮੇਰਾ ਪਿਤਾ ਵੀ ਚਰਚ ਨਹੀਂ ਜਾਂਦਾ। ਘਰ ਵਿੱਚ ਰਹਿੰਦਿਆਂ ਹੋਇਆ ਬੱਚਿਆਂ ਦੇ ਜੀਵਨ ਤੇ ਕਈ ਗੱਲਾਂ ਦਾ ਪ੍ਰਭਾਵ ਪੈਦਾ ਹੁੰਦਾ ਹੈ। ਮੈਂ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਉਹਨਾਂ ਗਲਤੀਆਂ ਵੱਲ ਧਿਆਨ ਦੇਵੋ। ਮੈਂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਇੱਕ ਸੱਚਾਈ ਦੱਸਣਾ ਚਾਹੁੰਦਾ ਹਾਂ ਜੋ ਸਭਨਾਂ ਲਈ ਹੈ ਅਤੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਅਸੀਂ ਦੋਹਰੀ ਜ਼ਿੰਦਗੀ ਜਿਉਂਦੇ ਹਾਂ ਅਤੇ ਆਸ਼ਾ ਕਰਦੇ ਹਾਂ ਕਿ ਸਾਡੇ ਬੱਚੇ ਜੋ ਵੱਧ ਰਹੇ ਹਨ ਉਹਨਾਂ ਤੇ ਇਸ ਗੱਲ ਦਾ ਪ੍ਰਭਾਵ ਨਹੀਂ ਪਵੇਗਾ, ਇਸ ਤਰ੍ਹਾਂ ਕਦੇ ਨਹੀਂ ਹੋਵੇਗਾ। ਦੋਸਤੋ, ਉਹਨਾਂ ਤੇ ਪ੍ਰਭਾਵ ਜ਼ਰੂਰ ਪਵੇਗਾ। ਜੇ ਤੁਸੀਂ ਅੱਜ ਵੀ ਗਲਤੀ ਵਿੱਚ ਹੋ ਤਾਂ ਤੁਸੀਂ ਉਸ ਤੋਂ ਬਾਹਰ ਨਿਕਲ ਸਕਦੇ ਹੋ। ਇਸ ਲਈ ਪਰਮੇਸ਼ਰ ਦੇ ਪ੍ਰਤੀ ਇਮਾਨਦਾਰ ਬਣੋ ਅਤੇ ਆਪਣੇ ਪਾਪਾਂ ਨੂੰ ਪਰਮੇਸ਼ਰ ਦੇ ਸਾਹਮਣੇ ਸਵੀਕਾਰ ਕਰ ਲਵੋ
ਜੋ ਤੁਸੀਂ ਪਹਿਲਾਂ ਕੀਤੇ ਨਹੀਂ ਹਨ। ਤੁਸੀਂ ਪਰਮੇਸ਼ਰ ਦੇ ਸਾਹਮਣੇ ਆ ਕੇ ਆਖ ਸਕਦੇ ਹੋ, ਮੈਂ ਜੋ ਕਰ ਰਿਹਾ ਹਾਂ ਉਸ ਦਾ ਅਹਿਸਾਸ ਕਰਦਾ ਹਾਂ। ਹੁਣ ਮੈਂ ਆਪਣੇ ਬੱਚਿਆਂ ਦਾ ਜੀਵਨ ਕਦੇ ਖਤਰੇ ਵਿੱਚ ਨਹੀਂ ਪਾਵਾਂਗਾ। ਮੈਂ ਹਰੇਕ ਚੀਜ਼ ਠੀਕ ਤਰੀਕੇ ਨਾਲ ਕਰਾਂਗਾ, ਜਿਸ ਤਰ੍ਹਾਂ ਕਿ ਪਰਮੇਸ਼ਰ ਮੇਰੇ ਕੋਲੋਂ ਚਾਹੁੰਦਾ ਹੈ। ਪਰਮੇਸ਼ਰ ਤੁਹਾਡੀ ਸਹਾਇਤਾ ਕਰੇ ਕਿ ਤੁਸੀਂ ਇਸ ਤਰ੍ਹਾਂ ਕਰ ਸਕੋ। ਸ਼ਾਸਤਰ ਵਿੱਚ ਲੂਕਾ ਦੀ ਕਿਤਾਬ ਵਿੱਚ ਇੱਕ ਸੰਦੇਸ਼ ਹੈ ਜੋ 6 ਅਧਿਆਇ ਵਿੱਚ ਪਾਇਆ ਜਾਂਦਾ ਹੈ। ਉਹਦੀ 40 ਐਤ ਵਿੱਚ ਇਸ ਤਰ੍ਹਾਂ ਲਿਖਿਆ ਹੈ, ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ, ਪਰ ਹਰੇਕ ਜੋ ਪੂਰਾ ਹੋ ਗਿਆ ਤਦ ਆਪਣੇ ਗੁਰੂ ਵਰਗਾ ਹੋਵੇਗਾ। ਮੈਨੂੰ ਯਾਦ ਹੈ ਕਿ ਮੈਂ ਇੱਕ ਵਾਰ ਨਵੇਂ ਨੇਮ ਦੀ ਵਿਆਖਿਆ ਵਾਲੀ ਕਿਤਾਬ ਵਿੱਚ ਪੜ੍ਹਿਆ ਸੀ। ਉਹ ਕੁਝ ਇਸ ਤਰ੍ਹਾਂ ਸੀ, ਜਦ ਕੋਈ ਆਦਮੀ ਪੂਰੀ ਤਰ੍ਹਾਂ ਸਿੱਖਿਆ ਲੈਂਦਾ ਹੈ ਤੇ ਉਹ ਉਸ ਆਦਮੀ ਵਰਗਾ ਬਣ ਜਾਂਦਾ ਹੈ ਜੋ ਉਸ ਨੂੰ ਸਿਖਾਉਂਦਾ ਹੈ। ਕੀ ਤੁਸੀਂ ਸੋਚਦੇ ਹੋ ਕਿ ਇਹੋ ਜਿਹੀ ਐਤ ਬਾਈਬਲ ਵਿੱਚ ਹੈ? ਮੇਰੇ ਕਹਿਣ ਦਾ ਅਰਥ ਇਹ ਨਹੀਂ ਕਿ ਇਹ ਕੁਝ ਬੇਤਰਤੀਬ ਨਜ਼ਰ ਆਉਂਦੀ ਹੈ, ਪਰ ਇਸ ਤਰ੍ਹਾਂ ਦੀਆਂ ਗੱਲਾਂ ਬਾਈਬਲ ਵਿੱਚ ਹਨ ਜੋ ਸਾਨੂੰ ਇਹ ਦੱਸਦੀਆਂ ਹਨ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਾਂ। ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਬਹੁਤ ਸਾਰੇ ਬੱਚੇ ਗਲਤ ਕੰਮਾਂ ਨੂੰ ਛੱਡਣ ਵਿੱਚ ਕਾਮਯਾਬ ਹੋਏ। ਤੁਹਾਡੇ ਵਿੱਚੋਂ ਵੀ ਬਹੁਤ ਲੋਕ ਗਲਤ ਪ੍ਰਭਾਵ ਤੋਂ ਬਾਹਰ ਨਿਕਲੇ। ਤੁਸੀਂ ਪਰਮੇਸ਼ਰ ਦੇ ਅਨੁਗ੍ਰਹਿ ਦੇ ਦੁਆਰਾ ਗਲਤ ਕੰਮਾਂ ਤੋਂ ਤੌਬਾ ਕਰ ਸਕੇ। ਪਰਮੇਸ਼ਰ ਦੀ ਦਖਲ ਅੰਦਾਜ਼ੀ ਦੇ ਦੁਆਰਾ ਗਲਤ ਪ੍ਰਕਿਰਿਆ ਨੂੰ ਤੋੜ ਸਕੇ। ਪਰਮੇਸ਼ਰ ਇਹ ਸਭ ਕਰ ਸਕਦਾ ਹੈ। ਆਓ ਪਰਮੇਸ਼ਰ ਨੂੰ ਮਹਿਮਾ ਦਈਏ ਕਿ ਉਸ ਨੇ ਇਹ ਸਭ ਕੁਝ ਕੀਤਾ। ਆਮੀਨ, ਆਮੀਨ। ਉਹ ਇਸ ਤਰ੍ਹਾਂ ਹੀ ਕਰਦਾ ਹੈ। ਖੇਦਜਨਕ ਗੱਲ ਇਹ ਹੈ, ਜਦ ਤੁਸੀਂ ਪਰਮੇਸ਼ਰ ਦਾ ਵਚਨ ਪੜ੍ਹਦੇ ਹੋ ਤਾਂ ਤੁਹਾਨੂੰ ਕਈ ਲੋਕਾਂ ਦਾ ਉਦਾਹਰਣ ਮਿਲਦਾ ਹੈ ਜੋ ਉਸ ਦੀ ਤਾਕਤ ਨੂੰ ਭੁੱਲ ਗਏ। ਕਈ ਕਾਰਨਾਂ ਕਰਕੇ ਅੱਜ ਲੱਖਾਂ ਲੋਕ ਰਾਜਾ ਦਾਊਦ ਦਾ ਆਦਰ ਕਰਦੇ ਹਨ। ਉਹ ਇੱਕ ਬਹੁਤ ਹੀ ਪ੍ਰਸਿੱਧ ਵਿਅਕਤੀ ਹੈ ਅਤੇ ਬਾਈਬਲ ਵਿੱਚ ਉਹ ਮੇਰੇ ਲਈ ਇੱਕ ਮਹਾਨ ਸ਼ਾਸਕ ਹੈ। ਉਸ ਨੇ ਆਪਣੇ ਬੱਚਿਆਂ ਨੂੰ ਸਿਵਾਏ ਇੱਕ ਚੀਜ਼ ਛੱਡ ਕੇ ਬਾਕੀ ਸਭ ਕੁਝ ਦਿੱਤਾ ਜੋ ਉਹਨਾਂ ਦੀ ਜ਼ਰੂਰਤ ਸੀ। ਉਸ ਨੇ ਬਸ ਇੱਕ ਨਮੂਨਾ ਪੇਸ਼ ਨਹੀਂ ਕੀਤਾ ਜਿਸ ਨੂੰ ਉਹ ਅਪਣਾ ਸਕਦੇ ਸੀ। ਜੇਕਰ ਤੁਸੀਂ ਦਾਊਦ ਦੇ ਪਰਿਵਾਰ ਵੱਲ ਨਜ਼ਰ ਮਾਰੋ ਤਾਂ ਤੁਸੀਂ ਵੇਖੋਗੇ ਕਿ ਦਾਊਦ ਦੇ ਬੱਚਿਆਂ ਨੇ ਆਪਣੇ ਜੀਵਨ ਵਿੱਚ ਉਹੀ ਗਲਤੀ ਕੀਤੀ ਜੋ ਗਲਤੀ ਉਹਨਾਂ ਦੇ ਪਿਤਾ ਨੇ ਕੀਤੀ। ਪਿਤਾ ਦੀ ਗਲਤੀ ਦਾ ਪ੍ਰਭਾਵ ਉਹਨਾਂ ਦੇ ਜੀਵਨ ਤੇ ਪਿਆ। ਪੁਰਾਣੇ ਨੇਮ ਦੀ ਉਤਪਤੀ ਦੀ ਕਿਤਾਬ ਵਿੱਚ ਲੂਤ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਉਹ ਊਰ ਦੇਸ਼ ਵਿੱਚ ਛੱਡ ਕੇ ਆਪਣੇ ਚਾਚਾ ਅਬਰਾਹਾਮ ਨਾਲ ਆ ਗਿਆ। ਉਹਨਾਂ ਕੋਲ ਇੰਨੀ ਧਨ ਸੰਪત્ਤੀ ਹੋ ਗਈ ਕਿ ਉਹ ਇਕੱਠੇ ਨਾ ਰਹਿ ਸਕੇ ਅਤੇ ਅਲੱਗ ਹੋਣਾ ਪਿਆ। ਤੁਸੀਂ ਜਾਣਦੇ ਹੋ ਕਿ ਲੂਤ ਨੂੰ ਜ਼ਮੀਨ ਚੁਣਨ ਦੀ ਛੂਟ ਦਿੱਤੀ ਗਈ ਅਤੇ ਉਸ ਨੇ ਸੋਦੋਮ ਨੂੰ ਚੁਣਿਆ। ਬਾਈਬਲ ਵਿੱਚ ਲੂਤ ਅਤੇ ਉਸ ਦੇ ਬੱਚਿਆਂ ਦੇ ਦੁੱਖ ਭਰੇ ਸ਼ਬਦ ਦਰਜ ਹਨ। ਜਦ ਪਰਮੇਸ਼ਰ ਨੇ ਸੋਦੋਮ ਅਤੇ ਅਮੋਰਾ ਦਾ ਨਿਆਂ ਕਰਨ ਦਾ ਫੈਸਲਾ ਕੀਤਾ, ਉਸ ਨੇ ਲੂਤ ਨੂੰ ਇੱਕ ਚੇਤਾਵਨੀ ਦਿੱਤੀ ਅਤੇ ਉਸ ਨੇ ਇਹ ਚੇਤਾਵਨੀ ਆਪਣੀਆਂ ਧੀਆਂ ਨੂੰ ਅਤੇ ਉਹਨਾਂ ਮਨੁੱਖਾਂ ਨੂੰ ਦਿੱਤੀਆਂ ਜਿਨ੍ਹਾਂ ਨੇ ਉਸ ਦੀਆਂ ਧੀਆਂ ਨਾਲ ਸ਼ਾਦੀ ਕੀਤੀ ਸੀ। ਬਾਈਬਲ ਉਤਪਤੀ 19:14 ਵਿੱਚ ਦੱਸਦੀ ਹੈ, ਉਪਰੰਤ ਲੂਤ ਨੇ ਬਾਹਰ ਜਾ ਕੇ ਆਪਣੇ ਜਵਾਈਆਂ ਨਾਲ, ਜਿਨ੍ਹਾਂ ਨੂੰ ਉਹਨਾਂ ਦੀਆਂ ਧੀਆਂ ਵਿਆਹੀਆਂ ਗਈਆਂ ਸਨ, ਗੱਲਾਂ ਕੀਤੀਆਂ ਤੇ ਆਖਿਆ, ਉੱਠੋ, ਇਸ ਥਾਂ ਤੋਂ ਨਿਕਲੋ, ਕਿਉਂਕਿ ਯਹੋਵਾ ਇਸ ਨਗਰ ਨੂੰ ਨਸ਼ਟ ਕਰਨ ਨੂੰ ਹੈ। ਪਰ ਉਹ ਆਪਣੇ ਜਵਾਈਆਂ ਦੀਆਂ ਅੱਖੀਆਂ ਵਿੱਚ ਮਖੌਲੀਆ ਜਿਹਾ ਜਾਪਿਆ। ਉਸ ਦੇ ਆਪਣੇ ਪਰਿਵਾਰ ਤੇ ਕੋਈ ਪ੍ਰਭਾਵ ਨਹੀਂ ਸੀ, ਕਿਉਂਕਿ ਉਸ ਦੇ ਆਪਣੇ ਜੀਵਨ ਵਿੱਚ ਵੀ ਇਸੇ ਤਰ੍ਹਾਂ ਹੋਇਆ ਸੀ। ਮੇਰੇ ਦੋਸਤੋ, ਸਾਡੇ ਸਭਨਾਂ ਨਾਲ ਇਸ ਤਰ੍ਹਾਂ ਹੋ ਸਕਦਾ ਹੈ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕੌਣ ਹਾਂ। ਮੈਂ ਜੋ ਕਹਾਣੀਆਂ ਤੁਹਾਨੂੰ ਦੱਸੀਆਂ, ਇਹ ਚੰਗੀਆਂ ਅਤੇ ਬੁਰੀਆਂ ਦੋਨੋਂ ਹੀ ਤਸਵੀਰਾਂ ਵਿਖਾਉਂਦੀਆਂ ਹਨ। ਅੱਜ ਇਸ ਤਰ੍ਹਾਂ ਹੀ ਸਭ ਕੁਝ ਸਾਡੀਆਂ ਕਲੀਸਿਆਂ ਵਿੱਚ ਹੋ ਰਿਹਾ ਹੈ। ਤੁਸੀਂ ਉਪਦੇਸ਼ਕ ਬਣਨਾ ਚਾਹੁੰਦੇ ਹੋ? ਤੁਸੀਂ ਉਪਦੇਸ਼ਕ ਬਣ ਕੇ ਹਰ ਹਫ਼ਤੇ ਬਹੁਤ ਸਾਰੇ ਲੋਕਾਂ ਨੂੰ ਸਿੱਖਿਆ ਦਿੰਦੇ ਹੋ ਅਤੇ ਸੁਸਮਾਚਾਰ ਦਾ ਪ੍ਰਚਾਰ ਕਰਦੇ ਹੋ ਅਤੇ ਆਪਣੇ ਘਰ ਪਰਿਵਾਰ ਲਈ ਇਹ ਨਹੀਂ ਸੋਚਦੇ ਕਿ ਇਹ ਸਭ ਕੁਝ ਉਹਨਾਂ ਲਈ ਵੀ ਹੈ। ਆਓ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਕਿ ਇੱਕ ਬਹੁਤ ਵੱਡੀ ਗਵਾਹੀ ਜੋ ਇੱਕ ਉਪਦੇਸ਼ਕ ਦੇ ਬਾਰੇ ਸੀ, ਇਸ ਅਖਬਾਰ ਵਿੱਚ ਛਪੀ, ਜਿਸ ਵਿੱਚ ਮੇਰੇ ਪੁੱਤਰ ਦਾਨੀਅਲ ਕੋਲੋਂ ਕਿਸੇ ਨੇ ਪੁੱਛਿਆ ਕਿ ਤੇਰੇ ਪਿਤਾ ਕਿਸ ਤਰ੍ਹਾਂ ਦੇ ਲੱਗਦੇ ਹਨ। ਮੈਂ ਇਸ ਨੂੰ ਪੜ੍ਹਨ ਤੋਂ ਬੇਵਜ੍ਹਾ ਡਰ ਗਿਆ। ਜੋ ਕੁਝ ਉਸ ਨੇ ਜਵਾਬ ਦਿੱਤਾ ਉਹ ਇਹ ਸੀ, ਉਹ ਘਰ ਵਿੱਚ ਠੀਕ ਉਸੇ ਤਰ੍ਹਾਂ ਹੀ ਹਨ ਜਿਸ ਤਰ੍ਹਾਂ ਉਹ ਕਲੀਸਿਆ ਵਿੱਚ ਹੁੰਦੇ ਹਨ। ਮੈਂ ਜਾਣਦਾ ਹਾਂ ਇਹ ਸ਼ਤ ਪ੍ਰਤੀਸ਼ਤ ਠੀਕ ਨਹੀਂ ਹੋ ਸਕਦਾ, ਪਰ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ, ਮੇਰੇ ਦਿਲ ਅਤੇ ਮਕਸਦ ਦੀ ਪੂਰਤੀ ਹੋਈ। ਤੁਸੀਂ ਕੇਵਲ ਬੋਲਣ ਵਾਲੇ ਹੀ ਨਾ ਬਣੋ। ਤੁਸੀਂ ਇਸ ਖੜੇ ਨਹੀਂ ਹੋ ਸਕਦੇ ਕਿ ਸੱਚਾਈ ਨੂੰ ਤਾਂ ਸਿਖਾਓ, ਪਰ ਇਸ ਨੂੰ ਆਪਣੇ ਜੀਵਨ ਵਿੱਚ ਲਾਗੂ ਨਾ ਕਰੋ। ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਅਤੇ ਤੁਹਾਨੂੰ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਨਹੀਂ ਹੋ ਸਕਦਾ ਤੁਹਾਡੇ ਜੀਵਨ ਦਾ ਪ੍ਰਭਾਵ ਤੁਹਾਡੇ ਬੱਚਿਆਂ ਦੇ ਜੀਵਨ ਤੇ ਨਾ ਪਵੇ। ਅਤੇ ਮੈਂ ਆਖਦਾ ਹਾਂ, ਤੁਸੀਂ ਕ੍ਰੋਧੀ ਤੇ ਘਮੰਡੀ ਨਾ ਰਹੋ, ਕਿਉਂਕਿ ਜੇ ਇਸ ਤਰ੍ਹਾਂ ਹੀ ਹੁੰਦਾ ਹੈ ਤਾਂ ਇਹ ਪਰਮੇਸ਼ਰ ਦਾ ਅਨੁਗ੍ਰਹਿ ਹੈ ਅਤੇ ਉਸ ਦੀ ਦਇਆ ਤੁਹਾਡੇ ਜੀਵਨ ਵਿੱਚ ਕੰਮ ਕਰਦੀ ਹੈ। ਜੇ ਪਰਮੇਸ਼ਰ ਦਾ ਅਨੁਗ੍ਰਹਿ ਨਾ ਹੁੰਦਾ ਤਾਂ ਸ਼ਾਇਦ ਮੈਂ ਵੀ ਦੂਜਿਆਂ ਦੀ ਤਰ੍ਹਾਂ ਇੱਕ ਗਿਰਿਆ ਹੋਇਆ ਆਦਮੀ ਹੁੰਦਾ। ਜਦ ਬਹੁਤ ਪਹਿਲਾਂ ਅਸੀਂ ਆਪਣੀ ਸੇਵਕਾਈ
ਈਸਟ ਕੋਸਟ ਵਿੱਚ ਸ਼ੁਰੂ ਕੀਤੀ, ਅਸੀਂ ਕੁਝ ਲੋਕਾਂ ਨੂੰ ਮਿਲੇ ਜੋ ਬਾਈਬਲ ਕਲੱਬ ਮੂਵਮੈਂਟ ਦੇ ਲੀਡਰ ਸੀ। ਇਹ ਲੋਕ ਮੇਰੀ ਕਲੀਸਿਆ ਵਿੱਚ ਆਏ ਜਿਸ ਦਾ ਮੈਂ ਪਾਸਟਰ ਸੀ। ਉਹਨਾਂ ਨੇ ਸਾਡੇ ਗਰੀਬ ਹਾਲ ਵੇਖੇ ਕਿ ਸਾਡੇ ਕੋਲ ਇੰਨੀ ਤਫੀਕ ਨਹੀਂ ਕਿ ਅਸੀਂ ਛੁੱਟੀਆਂ ਵਿੱਚ ਕਿਤੇ ਜਾ ਕੇ ਆਰਾਮ ਕਰ ਸਕੀਏ। ਮੈਂ ਇਸ ਗੱਲ ਨੂੰ ਕਦੇ ਨਹੀਂ ਭੁੱਲਾਂਗਾ। ਇੱਕ ਦਿਨ ਉਹਨਾਂ ਨੇ ਆਖਿਆ, ਤੁਸੀਂ ਜਾਣਦੇ ਹੋ ਸਾਡੇ ਕੋਲ 2 ਮੰਜ਼ਿਲਾ ਫਲੈਟ ਓਸ਼ਨ ਸਿਟੀ ਨਿਊ ਜਰਸੀ ਵਿੱਚ ਹੈ। ਅਸੀਂ ਹਰ ਸਾਲ ਉੱਥੇ 2 ਹਫ਼ਤੇ ਲਈ ਸਭਾ ਕਰਦੇ ਹਾਂ, ਬਾਕੀ ਪੂਰਾ ਸਮਾਂ ਇਹ ਖਾਲੀ ਰਹਿੰਦਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਉਸ ਦੀ ਚਾਬੀ ਦਈਏ ਤਾਂ ਕਿ ਤੁਸੀਂ ਆਪਣੇ ਪਰਿਵਾਰ ਲੈ ਕੇ ਛੁੱਟੀਆਂ ਵਿੱਚ ਆਰਾਮ ਕਰ ਸਕੋ। ਅਸੀਂ ਤਾਂ ਕਦੇ ਇਸ ਲਈ ਪ੍ਰਾਰਥਨਾ ਨਹੀਂ ਕੀਤੀ ਸੀ। ਅਸੀਂ ਚਾਬੀ ਲੈ ਲਈ ਔਰ ਮੈਨੂੰ ਯਾਦ ਹੈ ਜਦ ਮੈਂ ਪਹਿਲੀ ਵਾਰ ਉੱਥੇ ਗਿਆ, ਮੇਰੇ ਬੱਚੇ ਬਹੁਤ ਛੋਟੇ ਸਨ ਅਤੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਅਸੀਂ ਜਾ ਕੇ ਉਸ ਫਲੈਟ ਵਿੱਚ ਠਹਿਰੇ। ਜਦ ਅਸੀਂ ਸਮੁੰਦਰ ਵੱਲ ਗਏ ਤਾਂ ਸਾਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤੁਹਾਨੂੰ ਸਮੁੰਦਰ ਦੇ ਕਿਨਾਰੇ ਜਾਣ ਲਈ 1 ਘੰਟਾ ਪਹਿਲਾਂ ਜਾਣਾ ਪੈਂਦਾ ਹੈ ਅਤੇ ਕਈ ਚੀਜ਼ਾਂ ਨਾਲ ਜਾਣੀਆਂ ਪੈਂਦੀਆਂ ਹਨ ਅਤੇ ਇਸ ਗੱਲ ਦਾ ਧਿਆਨ ਰੱਖਣਾ ਹੁੰਦਾ ਹੈ ਕਿ ਸਾਰਾ ਸਮਾਨ ਲੈ ਕੇ ਹਨੇਰੇ ਹੋਣ ਤੋਂ ਪਹਿਲਾਂ ਵਾਪਸ ਆਉਣਾ ਹੁੰਦਾ ਹੈ। ਆਪਣੇ ਪਰਿਵਾਰ ਵਿੱਚ ਸਾਰਾ ਸਮਾਨ ਮੈਨੂੰ ਹੀ ਚੁੱਕਣਾ ਹੁੰਦਾ ਸੀ। ਮੈਨੂੰ ਇਹ ਗੱਲ ਚੰਗੀ ਤਰ੍ਹਾਂ ਯਾਦ ਹੈ। ਇੱਕ ਚੀਜ਼ ਜੋ ਅਸੀਂ ਅਕਸਰ ਕਰਦੇ ਸੀ ਜਦ ਤੱਕ ਅਸੀਂ ਓਸ਼ਨ ਸਿਟੀ ਵਿੱਚ ਰਹੇ, ਅਸੀਂ ਉੱਥੇ 16 ਸਾਲ ਤੱਕ ਲਗਾਤਾਰ ਜਾਂਦੇ ਰਹੇ। ਹਰੇਕ ਰਾਤ ਅਸੀਂ ਸਮੁੰਦਰ ਦੇ ਕਿਨਾਰੇ ਸੈਰ ਕਰਦੇ ਸੀ। ਮੈਨੂੰ ਇੱਕ ਸ਼ਾਮ ਚੰਗੀ ਤਰ੍ਹਾਂ ਯਾਦ ਹੈ ਕਿ ਅਸੀਂ ਫੈਸਲਾ ਕੀਤਾ ਕਿ ਅਸੀਂ ਕਿਸ਼ਤੀ ਦੀ ਸੈਰ ਕਰਾਂਗੇ ਅਤੇ ਇਸ ਲਈ ਸਾਨੂੰ ਘਰ ਤੋਂ ਕਾਫੀ ਦੂਰ ਜਾਣਾ ਸੀ। ਤੁਸੀਂ ਸੋਚ ਸਕਦੇ ਹੋ ਕਿ ਛੋਟੇ ਬੱਚਿਆਂ ਨਾਲ ਇਸ ਤਰ੍ਹਾਂ ਦਾ ਸਫ਼ਰ ਕਿੰਨਾ ਔਖਾ ਹੋ ਸਕਦਾ ਹੈ, ਪਰ ਛੋਟੇ ਬੱਚੇ ਸਾਡੇ ਪਿੱਛੇ ਚੱਲ ਰਹੇ ਸਨ ਅਤੇ ਮੈਂ ਉਹਨਾਂ ਨੂੰ ਸਮਝਾਇਆ ਕਿ ਹੁਣ ਸ਼ਾਮ ਦੇ 7 ਵਜੇ ਹਨ ਅਤੇ ਸ਼ਾਮ ਦੇ 7:30 ਵਜੇ ਸਮੁੰਦਰ ਦੀਆਂ ਲਹਿਰਾਂ ਦਾ ਮਲਬਾ ਰੇਤ ਵਿੱਚ ਆ ਕੇ ਡਿੱਗੇਗਾ। ਉਸ ਵਿੱਚ ਕਈ ਚੰਗੀਆਂ ਤੇ ਬੁਰੀਆਂ ਚੀਜ਼ਾਂ ਹੋਣਗੀਆਂ। ਜੇ ਤੁਸੀਂ ਕਦੇ ਸਮੁੰਦਰ ਦੇ ਕਿਨਾਰੇ ਗਏ ਹੋ ਤਾਂ ਸਮਝ ਜਾਵੋਗੇ ਕਿ ਮੈਂ ਕੀ ਕਹਿਣਾ ਚਾਹ ਰਿਹਾ ਹਾਂ। ਅਸੀਂ ਸਭ ਨੰਗੇ ਪੈਰ ਸੀ ਅਤੇ ਸਾਨੂੰ ਬੜੀ ਸਾਵਧਾਨੀ ਵਰਤਣੀ ਪੈਂਦੀ ਸੀ ਕਿ ਸਾਡੇ ਪੈਰ ਕਿਸੇ ਗਲਤ ਜਗ੍ਹਾ ਤੇ ਨਾ ਪੈ ਜਾਣ ਜਾਂ ਕਿਸੇ ਸਮੁੰਦਰੀ ਜੀਵ ਉੱਤੇ ਨਾ ਪੈ ਜਾਣ। ਇਸ ਲਈ ਮੈਂ ਆਪਣੇ ਬੱਚਿਆਂ ਨੂੰ ਸਾਵਧਾਨ ਕਰ ਦਿੱਤਾ ਸੀ ਕਿ ਆਪਣਾ ਪੈਰ ਵੇਖ ਕੇ ਰੱਖਣਾ। ਜਦ ਤੱਕ ਕਿ ਅਸੀਂ ਆਪਣੇ ਟਿਕਾਣੇ ਤੇ ਪਹੁੰਚਦੇ ਹਾਂ, ਅਸੀਂ ਵਾਪਸ ਜਾਣ ਦਾ ਫੈਸਲਾ ਕਰ ਲਿਆ ਕਿਉਂਕਿ ਸਮੁੰਦਰ ਦਾ ਮਲਬਾ ਬਹੁਤ ਆ ਚੁੱਕਾ ਸੀ, ਕਿਉਂਕਿ ਅਸੀਂ ਮੁਸੀਬਤ ਵਿੱਚ ਫਸ ਸਕਦੇ ਸੀ, ਕਿਉਂਕਿ ਮੇਰੇ ਨਾਲ ਮੇਰੀ ਪਤਨੀ ਅਤੇ ਬੱਚੇ ਵੀ ਸੀ। ਮੈਂ ਬੜੀ ਤੇਜ਼ੀ ਨਾਲ ਚੱਲ ਰਿਹਾ ਸੀ। ਦੋਨਾਂ ਨੇ ਮੈਨੂੰ ਆਖਿਆ ਅਤੇ ਬਾਰ-ਬਾਰ ਆਖਿਆ, ਹਨੀ ਜਰਾ ਹੌਲੀ-ਹੌਲੀ ਨਹੀਂ ਚੱਲ ਸਕਦੇ। ਮੈਂ ਇਸ ਗੱਲ ਤੇ ਗੌਰ ਨਹੀਂ ਕੀਤਾ। ਮੈਂ ਤੇਜ਼ ਹੀ ਚੱਲਦਾ ਰਿਹਾ। ਉਸ ਰਾਤ ਜਦ ਅਸੀਂ ਵਾਪਸ ਆ ਰਹੇ ਸੀ, ਮੈਂ ਖਿਆਲ ਵਿੱਚ ਡੁੱਬਿਆ ਹੋਇਆ ਸੀ ਅਤੇ ਉਸ ਸ਼ਾਮ ਦੇ ਸੁੰਦਰ ਨਜ਼ਾਰੇ ਵਿੱਚ ਮਸਤ ਸੀ। ਮੈਂ ਆਪਣੇ ਪਰਿਵਾਰ ਦੇ ਨਾਲ ਵੱਧ ਤੋਂ ਵੱਧ ਤੇਜ਼ ਚੱਲ ਰਿਹਾ ਸੀ। ਅਚਾਨਕ ਮੈਂ ਅਹਿਸਾਸ ਕੀਤਾ ਕੋਈ ਮੇਰੇ ਪਿੱਛੇ ਮੇਰੇ ਨਾਲ ਚੱਲ ਰਿਹਾ ਸੀ। ਮੈਂ ਉਸ ਦੇ ਸਾਹ ਨੂੰ ਮਹਿਸੂਸ ਕੀਤਾ। ਮੈਂ ਉਸ ਦੇ ਪੈਰ ਦੀ ਆਵਾਜ਼ ਸੁਣੀ, ਆਪਣੇ ਪੈਰਾਂ ਦੀ ਨਹੀਂ, ਕਿਸੇ ਹੋਰ ਦੇ ਪੈਰਾਂ ਦੀ। ਜਦ ਪਿੱਛੇ ਮੁੜ ਕੇ ਵੇਖਿਆ, ਇੱਕ ਛੋਟਾ ਬੱਚਾ ਡੇਵਿਡ ਮਾਈਕਲ ਆਪਣੇ ਪੈਰਾਂ ਨੂੰ ਵਧਾ ਕੇ ਰੇਤ ਵਿੱਚ ਮੇਰੇ ਪੈਰਾਂ ਦੇ ਨਿਸ਼ਾਨ ਉੱਤੇ ਆਪਣੇ ਪੈਰ ਰੱਖ ਰਿਹਾ ਸੀ। ਉਸ ਦੀਆਂ ਲੱਤਾਂ ਇੰਨੀਆਂ ਵੱਡੀਆਂ ਨਹੀਂ ਸੀ ਜੋ ਉਹਨਾਂ ਨੂੰ ਫੈਲਾ ਕੇ ਆਪਣੇ ਪੈਰਾਂ ਨੂੰ ਮੇਰੇ ਪੈਰਾਂ ਤੇ ਰੱਖ ਸਕੇ। ਉਹ ਪੂਰਾ ਯਤਨ ਕਰ ਰਿਹਾ ਸੀ ਕਿ ਆਪਣੇ ਛੋਟੇ ਪੈਰਾਂ ਨੂੰ ਆਪਣੇ ਪਿਤਾ ਦੇ ਪੈਰਾਂ ਦੇ ਨਿਸ਼ਾਨ ਤੇ ਰੱਖ ਸਕੇ। ਇਹ ਇੱਕ ਪੁਰਾਣੀ ਗੱਲ ਹੈ ਜੋ ਘਟੀ, ਪਰ ਇਸ ਗੱਲ ਨੇ ਮੇਰੇ ਮਨ ਤੇ ਸਦਾ ਰਹਿਣ ਵਾਲੀ ਛਾਪ ਛੱਡ ਦਿੱਤੀ। ਮੈਨੂੰ ਉਹਨਾਂ ਦੀ ਚਾਲ ਯਾਦ ਕਰਾਉਂਦੀ ਹੈ ਕਿ ਕਿਸ ਤਰ੍ਹਾਂ ਬੱਚੇ ਬਾਪ ਦੇ ਪੈਰਾਂ ਦੇ ਨਿਸ਼ਾਨ ਉੱਤੇ ਆਪਣੇ ਪੈਰ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਇੱਕ ਮਸੀਹ ਮਾਂ-ਬਾਪ ਹੋਣ ਦੇ ਨਾਤੇ ਸਾਨੂੰ ਗੌਰ ਕਰਨੀ ਚਾਹੀਦੀ ਹੈ। ਮੈਂ ਇਸ ਤਰ੍ਹਾਂ ਇੱਕ ਆਸਾਨ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਹੋ ਸਕਦਾ ਹੈ ਦੂਜੇ ਇਸ ਨੂੰ ਨਾ ਸਮਝਣ, ਪਰ ਮੈਂ ਚਾਹੁੰਦਾ ਹਾਂ ਤੁਸੀਂ ਇਸ ਨੂੰ ਸਮਝ ਜਾਓ ਕਿ ਪਰਮੇਸ਼ਰ ਸਾਡੇ ਕੋਲੋਂ ਕਿਸ ਤਰ੍ਹਾਂ ਦਾ ਵਿਹਾਰ ਚਾਹੁੰਦਾ ਹੈ। ਇਹ ਥੋੜ੍ਹਾ ਮੁਸ਼ਕਲ ਤਾਂ ਹੈ। ਇਹ ਮੰਗ ਕਰਦਾ ਹੈ ਕਿ ਅਸੀਂ ਆਤਮਾ ਵਿੱਚ ਚੱਲੀਏ ਅਤੇ ਪਰਮੇਸ਼ਰ ਅੱਗੇ ਹਰ ਰੋਜ਼ ਪ੍ਰਾਰਥਨਾ ਕਰੀਏ ਕਿ ਅਸੀਂ ਉਸ ਤਰ੍ਹਾਂ ਦੇ ਬਣ ਸਕੀਏ ਜਿਸ ਤਰ੍ਹਾਂ ਦਾ ਉਹ ਸਾਨੂੰ ਬਣਾਉਣਾ ਚਾਹੁੰਦਾ ਹੈ। ਪਰਮੇਸ਼ਰ ਸਭ ਕੁਝ ਕਰ ਸਕਦਾ ਹੈ ਜਦ ਕਿ ਅਸੀਂ ਕੁਝ ਵੀ ਨਹੀਂ ਕਰ ਸਕਦੇ ਅਤੇ ਜ਼ਰੂਰਤ ਹੈ ਅਸੀਂ ਪਰਮੇਸ਼ਰ ਨੂੰ ਹਰ ਰੋਜ਼ ਕਹੀਏ, ਉਹ ਮੇਰੇ ਪਰਮੇਸ਼ਰ ਮੇਰੀ ਸਹਾਇਤਾ ਕਰ ਤਾਂ ਕਿ ਮੈਂ ਵਿਸ਼ਵਾਸ ਵਿੱਚ ਵੱਧ ਸਕਾਂ ਅਤੇ ਤੂੰ ਆਪਣਾ ਪ੍ਰਕਾਸ਼ ਮੇਰੇ ਉੱਤੇ ਪ੍ਰਗਟ ਕਰ। ਤੁਹਾਡੇ ਵਿੱਚੋਂ ਕਿੰਨੇ ਲੋਕ ਇਹ ਜਾਣਦੇ ਹਨ ਕਿ ਪਰਮੇਸ਼ਰ ਸਾਡੇ ਦਿਵਾਲੀਏ ਹੋਣ ਦੀ ਹਾਲਤ ਵਿੱਚ ਅਤੇ ਸਾਡੀ ਸੰਪੂਰਨਤਾ ਵਿੱਚ ਆਪਣੇ ਅਨੂਪ ਪ੍ਰਗਟ ਕਰਦਾ ਹੈ। ਪਰਮੇਸ਼ਰ ਸਾਡੇ ਬੁਰੇ ਦਿਨਾਂ ਵਿੱਚ ਅਤੇ ਸਾਡੀ ਖੁਸ਼ਹਾਲੀ ਵਿੱਚ ਵੀ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਯਿਸੂ ਦਾ ਪ੍ਰਕਾਸ਼ ਸਾਡੇ ਅੰਦਰ ਪ੍ਰਗਟ ਕਰਦਾ ਹੈ, ਭਾਵੇਂ ਅਸੀਂ ਕਿਸੇ ਵੀ ਹਾਲਤ ਵਿੱਚ ਰਹੀਏ ਅਤੇ ਸਾਡੇ ਬੱਚੇ ਇਹ ਸਭ ਕੁਝ ਵੇਖ ਰਹੇ ਹੁੰਦੇ ਹਨ। ਆਮੀਨ। ਪਿਆਰੇ ਦਰਸ਼ਕੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ
ਰਹਿਣ ਦੇ ਲਈ ਅਸੀਂ ਤੁਹਾਡੇ ਦਿਲ ਤੋਂ ਧੰਨਵਾਦੀ ਹਾਂ। ਸਾਡੇ ਅਧਿਐਨ ਪ੍ਰੋਗਰਾਮ ਦੇ ਵਿੱਚ ਦਿਲਚਸਪੀ ਲੈਣ ਦੇ ਲਈ ਅਸੀਂ ਤੁਹਾਡੀ ਸਾਰਿਆਂ ਦੀ ਦਿਲ ਤੋਂ ਪ੍ਰਸ਼ੰਸਾ ਕਰਦੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਿੱਖ ਰਹੇ ਸੀ ਕਿ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਕਿਵੇਂ ਪ੍ਰਭਾਵੀ ਹੋ ਸਕਦੇ ਹਾਂ। ਇਸ ਦੇ ਵਿੱਚ ਅਸੀਂ ਬਹੁਤ ਸਾਰੀ ਗੱਲਾਂ ਕੀਤੀਆਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਿੱਖਿਆ ਕਿ ਜੇਕਰ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਪ੍ਰਭਾਵਸ਼ਾਲੀ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਬੱਚਿਆਂ ਦੇ ਸਾਹਮਣੇ ਇੱਕ ਚੰਗਾ ਨਮੂਨਾ ਬਣਨਾ ਹੋਵੇਗਾ। ਸਾਡੇ ਸੱਚੇ ਨਮੂਨੇ ਦਾ ਪ੍ਰਦਰਸ਼ਨ ਸੱਚੇ ਨਤੀਜੇ ਨੂੰ ਲੈ ਕੇ ਆਉਂਦਾ ਹੈ। ਅਸੀਂ ਸਿੱਖਿਆ ਕਿ ਜੇਕਰ ਅਸੀਂ ਆਪਣੇ ਪਰਿਵਾਰ ਦੇ ਵਿੱਚ ਪ੍ਰਭਾਵਸ਼ਾਲੀ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਬੱਚਿਆਂ ਦੇ ਸਾਹਮਣੇ ਸਹੀ ਵਿਸ਼ਵਾਸ ਦਾ ਨਮੂਨਾ ਪੇਸ਼ ਕਰਨਾ ਪਏਗਾ। ਦੋਸਤੋ, ਅਸੀਂ ਆਪਣੇ ਬੱਚਿਆਂ ਨੂੰ ਉਹੀ ਸਿਖਾ ਸਕਦੇ ਹਾਂ ਜੋ ਅਸੀਂ ਆਪ ਹਾਂ। ਮਾਤਾ ਪਿਤਾ ਦਾ ਆਪਣੇ ਬੱਚਿਆਂ ਦੇ ਅੱਗੇ ਦੋਹਰਾ ਜੀਵਨ ਨਹੀਂ ਹੋਣਾ ਚਾਹੀਦਾ। ਸਾਨੂੰ ਖਰਾਈ ਦਾ ਜੀਵਨ ਜੀਣਾ ਚਾਹੀਦਾ ਹੈ। ਜੇਕਰ ਅਸੀਂ ਦੋਹਰਾ ਜੀਵਨ ਜੀਂਦੇ ਹਾਂ ਤਾਂ ਸਾਡੇ ਬੱਚਿਆਂ ਦੇ ਉੱਤੇ ਉਸ ਦਾ ਕੋਈ ਸਹੀ ਅਸਰ ਨਹੀਂ ਹੁੰਦਾ। ਸਾਨੂੰ ਆਪਣੇ ਬੱਚਿਆਂ ਦੇ ਅੱਗੇ ਗੁੱਸੇ ਵਾਲੇ ਅਤੇ ਘਮੰਡੀ ਵੀ ਨਹੀਂ ਹੋਣਾ ਚਾਹੀਦਾ ਹੈ। ਦੋਸਤੋ, ਸਾਨੂੰ ਉਮੀਦ ਹੈ ਕਿ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਸੱਚੇ ਜਿੰਦਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਅੱਜ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਪਿਤਾ ਪਰਮੇਸ਼ਵਰ ਤੁਹਾਡੇ ਵਚਨ ਦੇ ਦੁਆਰਾ ਇੱਕ ਅੱਛੇ ਮਾਪੇ ਬਣਨ ਵਾਸਤੇ ਪ੍ਰਭੂ ਇੱਕ ਕਦਮ ਹੋਰ ਤੁਹਾਡੇ ਵੱਲ ਵੱਧ ਸਕੀਏ। ਤੁਹਾਡੀ ਸੱਚਾਈਆਂ ਨੂੰ ਔਰ ਤੁਹਾਡੇ ਗਿਆਨ ਦੇ ਲਈ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ। ਪਿਤਾ ਪਰਮੇਸ਼ਵਰ, ਅੱਜ ਦੇ ਵਚਨ ਦੇ ਦੁਆਰਾ ਅਸੀਂ ਸਿੱਖਿਆ ਕਿ ਜੇਕਰ ਅਸੀਂ ਆਪਣੇ ਬੱਚਿਆਂ ਦੀ ਸਹੀ ਪਰਵਰਿਸ਼ ਕਰਨਾ ਚਾਹੁੰਦੇ ਹਾਂ, ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਤੁਹਾਡੇ ਵਿੱਚ ਤਰੱਕੀ ਕਰਨ, ਤਾਂ ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਦੇ ਸਾਹਮਣੇ ਇੱਕ ਸਹੀ ਨਮੂਨਾ ਪੇਸ਼ ਕਰੀਏ। ਸਾਡੇ ਜੀਵਨਾਂ ਦੇ ਵਿੱਚ ਕੋਈ ਦਿਖਾਵਾ ਨਾ ਹੋਏ, ਸਾਡੇ ਕਥਨੀ ਔਰ ਕਰਨੀ ਦੇ ਵਿੱਚ ਫਰਕ ਨਾ ਹੋਏ। ਜੋ ਅਸੀਂ ਬਾਹਰ ਹੋਈਏ ਉਹੀ ਆਪਣੇ ਘਰ ਦੇ ਵਿੱਚ ਹੋਈਏ। ਪਿਤਾ, ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਤੇ ਦਇਆ ਕੀਤੀ ਇਸ ਅੱਛੇ ਵਚਨ ਦੇ ਦੁਆਰਾ। ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਇਹ ਵਚਨ ਸਾਡੇ ਦਿਲਾਂ 'ਚ ਨਕਸ਼ ਕਰ ਜਾਏ ਤਾਂ ਕਿ ਅਸੀਂ ਆਪਣੇ ਬੱਚਿਆਂ ਦੇ ਲਈ ਇੱਕ ਚੰਗੇ ਮਾਤਾ ਪਿਤਾ ਸਾਬਿਤ ਹੋ ਸਕੀਏ। ਤੁਹਾਡੀ ਕਿਰਪਾ ਸਾਡੇ ਉੱਤੇ ਬਣੀ ਰਹੇ। ਪ੍ਰਭੂ, ਤੁਸੀਂ ਸਾਨੂੰ ਚੰਗੇ ਮਾਤਾ ਪਿਤਾ ਬਣਨ ਦੇ ਲਈ ਆਪਣੀ ਸਮਝ ਅਤੇ ਬੁੱਧ ਪ੍ਰਦਾਨ ਕਰੋ। ਸਾਡੀ ਇਸ ਪ੍ਰਾਰਥਨਾ ਨੂੰ ਅਸੀਂ ਤੁਹਾਡੇ ਬੇਟੇ ਆਪਣੇ ਉद्धारकर्ता ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗ ਲੈਂਦੇ ਹਾਂ। ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।